ਹੈਲੋ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮੈਂ ਹਾਂ ਤਰਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਤਰਨ ਵਲੌਗਸ। ਯੂਕੇ ਨੇ ਇੰਡੀਆ ਨੂੰ ਰੈੱਡ ਲਿਸਟ ਦੇ ਵਿੱਚ ਕਰ ਦਿੱਤਾ ਹੈ, ਜਿਸ ਬਾਰੇ ਸਾਰੇ ਜਾਣਦੇ ਨੇ। ਤੇ ਕਈ ਲੋਕ ਨੇ ਜਿਹੜੇ ਯੂਕੇ ਟਰੈਵਲ ਕਰਨਾ ਚਾਹੁੰਦੇ ਨੇ ਇੰਡੀਆ ਦੇ ਉੱਤੋਂ। ਤੇ ਉਹ ਤੁਸੀਂ ਕਿਸ ਤਰੀਕੇ ਨਾਲ ਟਰੈਵਲ ਕਰ ਸਕਦੇ ਹੋ, ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੈ, ਉਹ ਮੈਂ ਤੁਹਾਨੂੰ ਅੱਜ ਦੱਸਾਂਗਾ। 4 ਸਟੈਪਸ ਨੇ। ਜੇ ਤੁਸੀਂ ਯੂਕੇ ਟਰੈਵਲ ਕਰ ਰਹੇ ਹੋ ਤਾਂ ਉਹ 4 ਸਟੈਪਸ ਤੁਹਾਨੂੰ ਪੂਰੇ ਕਰਨੇ ਪੈਣਗੇ। ਚਾਹੇ ਉਹ ਤੁਸੀਂ ਇੰਡੀਆ ਤੋਂ ਟਰੈਵਲ ਕਰ ਰਹੇ ਹੋ, ਚਾਹੇ ਤੁਸੀਂ ਪਾਕਿਸਤਾਨ ਤੋਂ ਟਰੈਵਲ ਕਰ ਰਹੇ ਹੋ, ਜਾਂ ਕਿਸੇ ਵੀ ਹੋਰ ਰੈੱਡ ਲਿਸਟ ਕੰਟਰੀ ਤੋਂ ਟਰੈਵਲ ਕਰ ਰਹੇ ਹੋ, ਤਾਂ ਤੁਹਾਨੂੰ ਟਰੈਵਲ ਕਰਨ ਦੇ ਲਈ ਇਹ 4 ਸਟੈਪ ਫੋਲੋ ਕਰਨੇ ਪੈਣਗੇ। ਤੇ 4 ਸਟੈਪ ਦੇ ਵਿੱਚੋਂ ਜਿਹੜਾ ਪਹਿਲਾ ਸਟੈਪ ਹੈ ਉਹ ਹੈ ਟਿਕਟ ਬੁਕਿੰਗ। ਠੀਕ ਹੈ, ਟਿਕਟ ਬੁੱਕ ਤੁਸੀਂ ਜਿਹੜੀ ਕਰਨੀ ਹੈ, ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਡੀ ਜਿਹੜੀ ਟਿਕਟ ਹੈ ਉਹ ਡਾਇਰੈਕਟ ਹੋਣੀ ਚਾਹੀਦੀ ਹੈ। ਮਤਲਬ ਕਿ ਇੰਡੀਆ ਤੋਂ ਯੂਕੇ ਦੀ ਡਾਇਰੈਕਟ ਹੋਣੀ ਚਾਹੀਦੀ ਹੈ। ਯੂਕੇ ਦੇ ਕਿਸੇ ਵੀ 에ਅਰਪੋਰਟ ਤੇ ਹੋਵੇ ਇਹ ਮੈਟਰ ਨਹੀਂ ਕਰਦਾ, ਪਰ ਵਿੱਚ ਕੋਈ ਸਟੇ ਨਹੀਂ ਹੋਣਾ ਚਾਹੀਦਾ। ਸਿੱਧੀ ਦਿੱਲੀ ਤੋਂ ਇੰਗਲੈਂਡ ਦੀ ਫਲਾਈਟ ਹੋਣੀ ਚਾਹੀਦੀ ਹੈ। ਠੀਕ ਹੈ, ਤੁਹਾਨੂੰ ਦਿੱਲੀ ਤੋਂ ਲੰਡਨ ਦੀਆਂ ਫਲਾਈਟਸ ਈਜ਼ੀਲੀ ਅਵੇਲੇਬਲ ਹੋ ਜਾਣਗੀਆਂ। ਤੇ ਜੇ ਤੁਹਾਨੂੰ ਕਿਸੇ ਹੋਰ 에ਅਰਪੋਰਟ ਦੀ ਵੀ ਫਲਾਈਟ ਅਵੇਲੇਬਲ ਹੁੰਦੀ ਹੈ ਤਾਂ ਤੁਸੀਂ ਉਸ ਫਲਾਈਟ ਨੂੰ ਬੁੱਕ ਕਰਕੇ ਆਪਣੀ ਜਿਹੜੀ ਚੀਜ਼ ਹੈ, ਆਪਣੀ ਟ੍ਰਿਪ ਹੈ, ਉਸ ਨੂੰ ਕੰਟੀਨਿਊ ਕਰ ਸਕਦੇ ਹੋ। ਜਦੋਂ ਤੁਸੀਂ ਡਾਇਰੈਕਟ ਫਲਾਈਟ ਬੁੱਕ ਕਰਦੇ ਹੋ, ਵਿੱਚ ਸਟੇ ਨਹੀਂ ਹੈਗਾ, ਤਾਂ ਤੁਸੀਂ ਕਿਸੇ ਵੀ ਕਿਸਮ ਦਾ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ। ਕਿਉਂਕਿ ਮੈਂ ਇਸ ਟਾਈਮ ਕੁਆਰੰਟਾਈਨ ਹੋਟਲ ਦੇ ਵਿੱਚ ਬੈਠਾ ਹਾਂ। ਜਦੋਂ ਮੈਂ ਟਰੈਵਲ ਕਰਨਾ ਸੀ, ਮੈਂ ਅੰਮ੍ਰਿਤਸਰ ਤੋਂ ਪਹਿਲਾਂ ਦਿੱਲੀ ਤੋਂ ਫਰੈਂਕਫਿਰਟ ਤੋਂ ਬਾਅਦ ਬਰਮਿੰਗਮ ਦੀ ਮੇਰੀ ਫਲਾਈਟ ਸੀਗੀ। ਫਰੈਂਕਫਿਰਟ ਜਦੋਂ ਮੈਂ 에ਅਰਪੋਰਟ ਪਹੁੰਚਿਆ ਵਾਂ ਦਿੱਲੀ, ਤਾਂ ਮੈਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਟਰੈਵਲ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਜਰਮਨੀ ਹੈ ਉਹਨਾਂ ਨੇ ਮਨਾ ਕਰ ਦਿੱਤਾ ਹੈ ਕਿ ਤੁਸੀਂ ਉਹਨਾਂ ਦੇ ਕੋਲ ਆ ਕੇ ਹੋਲਡ ਨਹੀਂ ਕਰ ਸਕਦੇ। ਸੋ ਇਸ ਕਰਕੇ ਉਹ ਕਹਿੰਦੇ ਕਿ ਤੁਸੀਂ ਡਾਇਰੈਕਟ ਫਲਾਈਟ ਲੈ ਕੇ ਹੀ ਜਾ ਸਕਦੇ ਹੋ। ਇਸ ਕਰਕੇ ਮੇਰੀ ਉਸ ਫਲਾਈਟ ਦੇ ਵੀ ਪੈਸੇ ਵੇਸਟ ਹੋਏ ਤੇ ਮੈਨੂੰ ਨਵੀਂ ਲੈਣੀ ਪਈ। ਤੁਸੀਂ ਇਹ ਗਲਤੀ ਨਹੀਂ ਕਰਨੀ। ਤੁਸੀਂ ਆਪਣੀ ਜਿਹੜੀ ਫਲਾਈਟ ਬੁੱਕ ਕਰਨੀ ਹੈ ਉਹ ਸਿੱਧੀ ਇੰਡੀਆ ਤੋਂ ਇੰਗਲੈਂਡ ਦੀ ਡਾਇਰੈਕਟ ਕਰਨੀ ਹੈ, ਇਸ ਰੈੱਡ ਜ਼ੋਨ ਤੱਕ ਰਹਿਣ ਦੇ ਵਿੱਚ ਤੇ ਕੁਆਰੰਟਾਈਨ ਰਹਿਣ ਦੇ ਵਿੱਚ। ਦੂਸਰੀ ਗੱਲ ਜਿਹੜੀ ਤੁਸੀਂ ਫੋਲੋ ਕਰਨੀ ਹੈ, ਦੂਸਰਾ ਹੈਗਾ ਜੀ CTM ਕੁਆਰੰਟਾਈਨ ਪੈਕੇਜ। CTM ਕੁਆਰੰਟਾਈਨ ਪੈਕੇਜ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੌਰਮੈਂਟ ਨੇ 1750 ਪਾਉਂਡ ਦਾ ਇੱਕ ਪੈਕੇਜ ਤਿਆਰ ਕੀਤਾ ਹੈ, ਜਿਹਦੇ ਵਿੱਚ ਤੁਹਾਨੂੰ 에ਅਰਪੋਰਟ ਤੋਂ ਲਿਜਾਇਆ ਵੀ ਜਾਏਗਾ, ਟਰਾਂਸਫਰਸ ਦੀ ਵੀ ਫੈਸਿਲਿਟੀ ਉਹਦੇ ਵਿੱਚ ਕੋਵਿਡ ਟੈਸਟ ਦੀ ਵੀ ਫੈਸਿਲਿਟੀ ਹੈ। ਤੋਂ ਇਸ ਤੋਂ ਇਲਾਵਾ ਤੁਹਾਡੇ ਰਹਿਣ ਦੀ, ਤੁਹਾਡੇ ਖਾਣ ਪੀਣ ਦੀ ਸਾਰੀ ਫੈਸਿਲਿਟੀ ਗੌਰਮੈਂਟ ਨੇ ਕੀਤੀ ਹੈ ਕਿ ਤੁਸੀਂ 10 ਦਿਨ ਜਿਹੜਾ ਕੁਆਰੰਟਾਈਨ ਰਹਿਣਾ ਯੂਕੇ ਜਾ ਕੇ, ਉਹ ਉਸ ਦਾ ਤੁਸੀਂ ਸਾਰਾ ਪ੍ਰਬੰਧ ਕਰ ਸਕਦੇ ਹੋ। ਤੇ ਕੁਆਰੰਟਾਈਨ ਰਹਿਣ ਦੇ ਲਈ ਤੁਸੀਂ CTM ਮਤਲਬ ਕਿ ਜਿਹੜਾ ਬੁੱਕ ਕਰਨਾ ਹੈ ਉਹ ਤੁਸੀਂ government.co.uk ਤੋਂ ਜਾ ਕੇ ਗਾਈਡਲਾਈਨਸ ਪੜ੍ਹ ਕੇ ਤੇ ਉੱਥੇ ਆਪਣੀ ਹੋਟਲ ਦੀ ਬੁਕਿੰਗ ਕਰ ਸਕਦੇ ਹੋ। ਜਿਹੜਾ ਫਲਾਈਟ ਤੁਹਾਡੀ ਤੇ ਤੁਸੀਂ ਆਉਣਾ ਹੈ, ਉਸ ਫਲਾਈਟ ਦਾ ਨੰਬਰ, ਠੀਕ ਹੈ, ਤੁਹਾਡਾ ਪਾਸਪੋਰਟ ਨੰਬਰ, ਤੁਹਾਡਾ ਟਾਈਮਿੰਗ ਉਹਦੇ ਵਿੱਚ ਪਾਇਆ ਜਾਏਗਾ ਤੇ ਦੈਨ ਤੁਸੀਂ ਤੁਹਾਡੇ ਹੋਟਲ ਦੀ ਬੁਕਿੰਗ ਕਨਫਰਮ ਹੋ ਜਾਏਗੀ। ਤੇ ਹੋਟਲ ਦੀ ਬੁਕਿੰਗ ਜਿਹੜੀ CTM ਤੇ ਕਰਦੇ ਹੋਏ, ਜੇ ਤੁਹਾਨੂੰ ਕੋਈ ਪੇਮੈਂਟਸ ਦੀ ਪ੍ਰੋਬਲਮ ਆਉਂਦੀ ਹੈ, ਜੇ ਤੁਸੀਂ ਇੰਡੀਆ ਰਹਿੰਦੇ ਹੋ, ਜੇ ਤਾਂ ਤੁਸੀਂ ਯੂਕੇ ਦੇ ਰੈਜ਼ੀਡੈਂਟ ਹੋ ਤਾਂ ਤੁਹਾਨੂੰ ਪੇਮੈਂਟ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਪਰ ਜੇਕਰ ਤੁਸੀਂ ਇੰਡੀਆ ਰਹਿੰਦੇ ਹੋ ਤਾਂ ਤੁਹਾਨੂੰ ਕਾਰਡ ਪੇਮੈਂਟ ਦੀ ਪ੍ਰੋਬਲਮ ਆ ਸਕਦੀ ਹੈ। ਇਸ ਕਰਕੇ ਤੁਸੀਂ ਕਿਸੇ ਯੂਕੇ ਦੇ ਬੰਦੇ ਦਾ ਕਾਰਡ ਯੂਜ਼ ਕਰ ਸਕਦੇ ਹੋ, ਠੀਕ ਹੈ, ਜਾਂ ਤੁਸੀਂ ਇਸ ਪੇਮੈਂਟ ਨੂੰ ਆਪਣੇ ਫੋਰੈਕਸ ਕਾਰਡ ਰਾਹੀਂ ਪੇ ਕਰ ਸਕਦੇ ਹੋ। ਜਾਂ ਥਰਡ, ਤੁਸੀਂ ਅਗਰ ਪੇਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰੀ ਬੈਂਕ ਨਾਲ ਕੰਟੈਕਟ ਕਰਨਾ ਪਏਗਾ ਕਿ ਬੈਂਕ ਦੇ ਥਰੂ ਕਿ ਤੁਹਾਡੀ ਪੇਮੈਂਟ ਹੋ ਜੇ। ਪਰ ਜਿਹੜੀ ਪੇਮੈਂਟ ਯੂਕੇ ਦੇ ਕਾਰਡ ਦੇ ਥਰੂ ਹੈ ਜਾਂ ਫੋਰੈਕਸ ਕਾਰਡ ਦੇ ਥਰੂ ਹੈ, ਉਹ ਜਲਦੀ ਹੋ ਜਾਏਗੀ ਤੇ ਉਹਦੇ ਨਾਲ ਤੁਹਾਡੀ CTM ਦੀ ਜਿਹੜੀ ਬੁਕਿੰਗ ਹੈ ਉਸ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। 2 ਸਟੈਪ ਹੋ ਚੁੱਕੇ ਨੇ ਜਿਹੜੇ ਤੁਸੀਂ ਫੋਲੋ ਕਰਨੇ ਨੇ ਜਦੋਂ ਤੁਸੀਂ ਯੂਕੇ ਟਰੈਵਲ ਕਰਨਾ ਹੈ ਇੰਡੀਆ ਤੋਂ, ਕਿਉਂਕਿ ਇੰਡੀਆ ਰੈੱਡ ਲਿਸਟ ਕੰਟਰੀ ਹੈ। ਤੀਸਰਾ ਜਿਹੜਾ ਸਟੈਪ ਹੈ ਉਹ ਹੈਗਾ ਪੈਸੇਂਜਰ ਲੋਕੇਟਰ ਫਾਰਮ। ਜੇਕਰ ਤੁਸੀਂ ਪੈਸੇਂਜਰ ਲੋਕੇਟਰ ਫਾਰਮ ਨਹੀਂ ਭਰਿਆ ਤਾਂ ਤੁਹਾਨੂੰ 에ਅਰਪੋਰਟ ਤੇ ਟਰੈਵਲ ਨਹੀਂ ਕਰਨ ਦੇ ਦਿੱਤਾ ਜਾਏਗਾ। ਜਿਹੜਾ ਪੈਸੇਂਜਰ ਲੋਕੇਟਰ ਫਾਰਮ ਹੈ ਕੁਝ ਇਸ ਤਰ੍ਹਾਂ ਦਾ ਹੋਏਗਾ। ਜਦੋਂ ਤੁਸੀਂ ਉਹਨੂੰ ਭਰ ਲਓਗੇ ਤਾਂ ਉਹ ਇਸ ਤਰੀਕੇ ਦਾ ਦਿਖੇਗਾ। ਤੇ CTM ਦਾ ਜਿਹੜਾ ਇਨਵੋਇਸ ਆ ਉਹ ਵੀ ਮੈਂ ਵੀਡੀਓ ਦੇ ਵਿੱਚ ਜ਼ਰੂਰ ਲਾ ਦੂੰਗਾ ਨਾਲ, ਕਿ ਤੁਹਾਨੂੰ ਪਤਾ ਲੱਗ ਸਕੇ ਕਿ CTM ਦਾ ਇਨਵੋਇਸ ਕਿੱਦਾਂ ਦਾ। ਸੋ ਇਹ ਪੈਸੇਂਜਰ ਲੋਕੇਟਰ ਫਾਰਮ ਹੈ। ਇਹ ਜਦੋਂ ਤੁਸੀਂ ਭਰੋਗੇ ਇਹਦੇ ਵਿੱਚ ਤੁਹਾਡਾ ਸਾਰਾ ਕੁਝ ਲਿਖਿਆ ਹੋਇਆ ਵਾ, ਪਾਸਪੋਰਟ ਨੰਬਰ, ਤੁਹਾਡੀ ID, ਤੁਹਾਡਾ ਇਨਵੋਇਸ ਨੰਬਰ ਇਹਦੇ ਵਿੱਚ ਮੈਂਸ਼ਨ ਹੈ। ਉਸ ਤੋਂ ਬਾਅਦ ਤੁਸੀਂ ਕਿਹੜੇ ਹੋਟਲ ਰਹਿਣਾ, ਸਾਰਾ ਕੁਝ ਇਸ ਦੇ ਵਿੱਚ ਮੈਂਸ਼ਨ ਹੈ। ਸੋ ਇਹ ਤੁਹਾਡਾ 3rd ਸਟੈਪ ਹੈ, ਪੈਸੇਂਜਰ ਲੋਕੇਟਰ ਫਾਰਮ। ਇਹ ਉਦੋਂ ਹੀ ਭਰਿਆ ਜਾਏਗਾ ਜਦੋਂ ਤੁਹਾਡਾ CTM ਦਾ ਇਨਵੋਇਸ ਪੇਮੈਂਟ ਕਨਫਰਮ ਹੋਣ ਤੋਂ ਬਾਅਦ ਆ ਜਾਏਗਾ। ਤੁਹਾਨੂੰ ਹੋਟਲ ਦੀ ਮੇਲ ਆ ਜੂਗੀ ਤੇ ਦੈਨ ਤੁਸੀਂ ਇਹ ਜਿਹੜਾ ਪੈਸੇਂਜਰ ਲੋਕੇਟਰ ਫਾਰਮ ਭਰਨਾ ਹੈ, ਇਹ ਤੁਸੀਂ 48 ਘੰਟੇ ਪਹਿਲਾਂ ਹੀ ਫਲਾਈ ਕਰਨ ਦੇ ਭਰ ਸਕਦੇ ਹੋ, ਉਸ ਤੋਂ ਪਹਿਲਾਂ ਨਹੀਂ ਭਰ ਸਕਦੇ। ਸੋ ਤੁਸੀਂ ਜਦੋਂ ਵੀ ਫਲਾਈ ਕਰਨਾ ਹੈ ਉਹਦੇ ਤੋਂ 48 ਘੰਟੇ ਪਹਿਲਾਂ ਤੁਸੀਂ ਪੈਸੇਂਜਰ ਲੋਕੇਟਰ ਫਾਰਮ ਭਰਨਾ। ਤੁਸੀਂ ਗੂਗਲ ਤੇ ਵੀ ਜੇ ਪੈਸੇਂਜਰ ਲੋਕੇਟਰ ਫਾਰਮ ਲਿਖੋਗੇ ਤਾਂ ਉਹ ਆ ਜਾਏਗਾ। ਜੇ ਤੁਸੀਂ ਗੂਗਲ ਦੇ ਉੱਤੇ CTM ਕੁਆਰੰਟਾਈਨ ਹੋਟਲ ਬੁਕਿੰਗ ਲਿਖੋਗੇ, ਯੂਕੇ ਲਿਖੋਗੇ, ਉਹ ਵੀ ਲਿੰਕ ਆ ਜਾਏਗਾ। ਸੋ ਇਹ ਸਾਰੇ ਲਿੰਕ ਤੁਹਾਡੇ ਖੁੱਲ ਜਾਣਗੇ, ਤੁਸੀਂ ਉੱਥੇ ਜਾ ਕੇ ਕਰ ਸਕਦੇ ਹੋ ਬੁਕਿੰਗ।
ਉਸ ਤੋਂ ਬਾਅਦ ਅਗਲਾ ਜਿਹੜਾ ਲਾਸਟ ਸਟੈਪ ਹੈ ਉਹ ਹੈਗਾ ਤੁਹਾਡੀ ਨੈਗੇਟਿਵ ਕੋਵਿਡ ਰਿਪੋਰਟ। ਨੈਗੇਟਿਵ ਕੋਵਿਡ ਰਿਪੋਰਟ ਤੁਹਾਡੀ ਕਿਹੜੀ ਹੋਣੀ ਚਾਹੀਦੀ ਹੈ? ਉਹ ਤੁਹਾਡਾ ਹੋਣਾ ਚਾਹੀਦਾ PCR ਟੈਸਟ। ਸੋ PCR ਟੈਸਟ ਜਦੋਂ ਅਸੀਂ ਕਰਾਉਂਦੇ ਹਾਂ ਉਹਦੇ ਵਿੱਚ ਕਾਫੀ ਪ੍ਰੋਬਲਮਸ ਆ ਰਹੀਆਂ ਨੇ। ਜੇ ਤੁਸੀਂ ਟਰੈਵਲ ਕਰਨਾ ਹੈ ਤਾਂ PCR ਟੈਸਟ ਤੁਸੀਂ ਜੇ ਕਿਸੇ ਗਵਰਨਮੈਂਟ ਹਸਪੀਟਲ ਤੋਂ ਕਰਾਉਣੇ ਆ ਤੇ ਉਸ ਚੀਜ਼ ਨੂੰ ਅਵੋਇਡ ਕਰੋ। ਮੈਂ ਤੁਹਾਨੂੰ ਇਸ ਗੱਲ ਕਰਕੇ ਕਹਿਣਾ ਕਿ ਕਿਉਂਕਿ ਗਵਰਨਮੈਂਟ ਹਸਪੀਟਲ ਦੀ ਜਿਹੜੀ ਰਿਪੋਰਟ ਹੈ ਉਸ ਨੂੰ 72 ਘੰਟੇ ਲੱਗਦੇ ਨੇ। ਸੋ 72 ਘੰਟੇ ਪਹਿਲਾਂ ਤੁਹਾਡੇ ਸੈਂਪਲ ਦੇ ਉੱਤੇ ਲਿਖਿਆ ਹੋਊਗਾ ਕਿ ਤੁਸੀਂ 72 ਘੰਟੇ ਪਹਿਲਾਂ ਸੈਂਪਲ ਦਿੱਤਾ ਤੇ ਤੁਹਾਡੀ ਰਿਪੋਰਟ ਹੁਣ ਆਈ ਤੇ ਉਹ ਰਿਪੋਰਟ ਮੰਨੀ ਨਹੀਂ ਜਾਊਗੀ। ਪ੍ਰਾਈਵੇਟ ਜਿਹੜੇ ਟੈਸਟ ਲੈਬਸ ਨੇ ਉਹਨਾਂ ਦੇ ਥਰੂ ਤੁਸੀਂ ਪੁੱਛ ਸਕਦੇ ਹੋ ਕਿ ਕਿਹੜੀ ਟੈਸਟ ਲੈਬ ਤੁਹਾਨੂੰ 3 ਘੰਟਿਆਂ 'ਚ ਜਾਂ 4 ਘੰਟਿਆਂ 'ਚ ਜਾਂ 1 ਦਿਨ ਦੇ ਅੰਦਰ ਰਿਪੋਰਟ ਦਿੰਦੀ ਹੈ। ਤੁਸੀਂ ਉਹਨਾਂ ਲੈਬਸ ਦੇ ਥਰੂ ਆਪਣਾ ਟੈਸਟ ਕਰਵਾਓ ਤੇ ਉਹ ਜਿਹੜਾ ਤੁਹਾਡਾ PCR ਟੈਸਟ ਹੋਊਗਾ ਉਹ ਬਾਰਕੋਡ ਦੇ ਨਾਲ ਹੋਊਗਾ। ਜਦੋਂ ਤੁਸੀਂ ਟਰੈਵਲ ਕਰਨਾ ਤਾਂ PCR ਟੈਸਟ ਦੇ ਥੱਲੇ ਬਾਰਕੋਡ ਹੋਏਗਾ ਜਿਹਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਉਸ ਬਾਰਕੋਡ ਨਾਲ ਜਦੋਂ ਤੁਹਾਡਾ ਬਾਰਕੋਡ ਸਕੈਨ ਕੀਤਾ ਜਾਏਗਾ ਤਾਂ ਤੁਹਾਡੀ ਰਿਪੋਰਟ ਆਨਲਾਈਨ ਸ਼ੋ ਹੋ ਜਾਏਗੀ। ਸੋ ਇਹ 4 ਸਟੈਪ ਨੇ ਜਿਹੜੇ ਤੁਸੀਂ ਫੋਲੋ ਕਰਨੇ ਆ ਜੇ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਯੂਨਾਈਟਿਡ ਕਿੰਗਡਮ ਨੂੰ ਬ੍ਰਿਟੇਨ ਨੂੰ ਟਰੈਵਲ ਕਰਨਾ ਹੈ। ਪਹਿਲਾ ਸਟੈਪ ਮੈਂ ਦੁਬਾਰਾ ਦੱਸ ਦਿੰਦਾ। ਪਹਿਲਾ ਸਟੈਪ ਜਿਹੜਾ ਹੈਗਾ ਤੁਹਾਡੀ ਫਲਾਈਟ ਹੈ ਜਿਹੜੀ ਉਹ ਡਾਇਰੈਕਟ ਹੋਣੀ ਚਾਹੀਦੀ ਹੈ। ਸੈਕੰਡ ਸਟੈਪ ਹੈ ਤੁਹਾਡਾ ਜਿਹੜਾ ਕੁਆਰੰਟਾਈਨ ਪੈਕੇਜ ਹੈ ਉਹ ਬੁੱਕ ਹੋਣਾ ਚਾਹੀਦਾ ਹੈ। CTM ਦਾ ਇਨਵੋਇਸ ਹੋਣਾ ਚਾਹੀਦਾ ਹੈ। ਇਨਵੋਇਸ ਹੋਣ ਤੋਂ ਬਾਅਦ ਥਰਡ ਸਟੈਪ ਹੈ ਜਿਹੜਾ ਉਹ ਹੈਗਾ ਤੁਹਾਡਾ ਹੋਟਲ ਮਤਲਬ ਕਿ ਪੈਸੇਂਜਰ ਲੋਕੇਟਰ ਫਾਰਮ। ਪੈਸੇਂਜਰ ਲੋਕੇਟਰ ਫਾਰਮ ਜਿਹੜਾ ਤੁਹਾਡਾ ਉਹ ਭਰਿਆ ਹੋਣਾ ਚਾਹੀਦਾ 48 ਘੰਟੇ ਪਹਿਲਾਂ ਭਰਿਆ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡੇ ਕੋਲ ਕੋਵਿਡ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਸੋ ਆਪਣੇ ਆਪ ਨੂੰ ਸੇਫ ਰੱਖੋ ਜੇ ਤੁਸੀਂ ਟਰੈਵਲ ਕਰਨਾ ਹੈ। ਬਹੁਤ ਸਾਰੇ ਸਟੂਡੈਂਟਸ ਟਰੈਵਲ ਕਰਨਾ ਚਾਹੁੰਦੇ ਨੇ, ਬਹੁਤ ਸਾਰੇ ਬਿਜ਼ਨਸ ਹੋਲਡਰਸ ਟਰੈਵਲ ਕਰਨਾ ਚਾਹੁੰਦੇ ਨੇ ਤੇ ਜਿਨ੍ਹਾਂ ਕੋਲ UK ਦੇ ਰਾਈਟਸ ਨੇ ਮਤਲਬ ਕਿ ਜਿਨ੍ਹਾਂ ਕੋਲ UK ਦਾ ਵੀਜ਼ਾ ਹੈ ਜਾਂ UK ਦੀ ਰੈਜ਼ੀਡੈਂਸੀ ਹੈ ਉਹ ਬੰਦੇ ਟਰੈਵਲ ਕਰ ਸਕਦੇ ਨੇ। ਉਸ ਤੋਂ ਇਲਾਵਾ ਜੇ ਤੁਸੀਂ ਕਹਿੰਦੇ ਕਿ ਤੁਸੀਂ ਘੁੰਮਣ ਫਿਰਨ ਆਉਣਾ ਜਾਂ ਟੂਰਿਸਟ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਟਰੈਵਲ ਕਰ ਸਕਦੇ। ਜਿਨ੍ਹਾਂ ਨੇ ਆਪਣੀ ਫੈਮਲੀਜ਼ ਕੋ ਜਾਣਾ ਉਹ ਟਰੈਵਲ ਕਰ ਸਕਦੇ ਨੇ, ਠੀਕ ਹੈ। ਸਟੂਡੈਂਟਸ ਨੇ ਉਹ ਐਲੀਜੀਬਲ ਨੇ, ਉਹ ਟਰੈਵਲ ਕਰ ਸਕਦੇ ਨੇ। ਤਾਂ ਇਸ ਤੋਂ ਇਲਾਵਾ ਜਿਹੜੇ UK ਦੇ ਰੈਜ਼ੀਡੈਂਟਸ ਨੇ ਜਾਂ ਆਇਰਿਸ਼ ਜਾਂ ਆਪਣੇ ਕੋਲ ਜਿਨ੍ਹਾਂ ਕੋਲ ਯੂਰਪ ਦੀ ਰੈਜ਼ੀਡੈਂਸੀ ਹੈ ਉਹ UK ਟਰੈਵਲ ਕਰ ਸਕਦੇ ਨੇ। ਸੋ ਇਸ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾ ਜੇ ਤੁਸੀਂ UK ਟਰੈਵਲ ਕਰਨਾ। ਉਸ ਤੋਂ ਬਾਅਦ ਕੀ ਹੋਣਾ ਇਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੰਦਾ ਕਿ ਤੁਸੀਂ 에ਅਰਪੋਰਟ ਜਦੋਂ ਪਹੁੰਚੋਗੇ 에ਅਰਪੋਰਟ ਉਤਰਦੇ ਨਾਲ ਹੀ ਤੁਹਾਡਾ CTM ਫਾਰਮ ਚੈੱਕ ਕੀਤਾ ਜਾਏਗਾ। ਉਸ ਤੋਂ ਬਾਅਦ ਤੁਹਾਡੀ ਇਮੀਗ੍ਰੇਸ਼ਨ ਹੋਊਗੀ। ਇਮੀਗ੍ਰੇਸ਼ਨ ਦੇ ਉੱਤੇ ਤੁਹਾਡਾ ਪੈਸੇਂਜਰ ਲੋਕੇਟਰ ਫਾਰਮ, ਤੁਹਾਡਾ CTM ਫਾਰਮ ਤੇ ਤੁਹਾਡੀ ਸਾਰੀ ਇਮੀਗ੍ਰੇਸ਼ਨ ਦੀ ਪ੍ਰੋਸੈਸ ਕੰਪਲੀਟ ਹੋਏਗੀ। ਆਫਟਰ ਦੈਟ ਤੁਹਾਨੂੰ ਉੱਥੋਂ ਹੀ ਇਮੀਗ੍ਰੇਸ਼ਨ ਤੁਹਾਡਾ ਪਾਸਪੋਰਟ ਤੁਹਾਡੇ ਹੱਥ 'ਚ ਨਹੀਂ ਦੇਊਗੀ। ਉਹਨਾਂ ਨੇ ਅੱਗੇ ਡਿਊਟੀ ਲਾਈ ਹੋਈ ਹੈ ਸਿਕਿਉਰਿਟੀ ਦੀ, ਉਹਨਾਂ ਦੇ ਹੱਥ 'ਚ ਦੇਣਗੀ। ਉਹ ਸਿਕਿਉਰਿਟੀ ਤੁਹਾਡਾ ਬੈਗੇਜ ਤੁਹਾਨੂੰ ਲੈਣ 'ਚ ਹੈਲਪ ਕਰੇਗੀ। ਬੈਗੇਜ ਲੈਣ ਤੋਂ ਬਾਅਦ ਜਿਹੜੀ ਜਗ੍ਹਾ ਤੇ ਤੁਸੀਂ ਜਾਣਾ ਹੈ ਉਸ ਏਰੀਏ ਦੇ ਵਿੱਚ ਤੁਹਾਨੂੰ ਖੜਾ ਕਰੇਗੀ ਕਿ ਉਸ ਬੱਸ ਦੇ ਕੋਲੇ ਤੁਹਾਨੂੰ ਖੜਾ ਕਰੇਗੀ ਤੇ ਉਹ ਬੱਸ ਤੁਹਾਨੂੰ ਸਿੱਧਾ ਹੋਟਲ ਦੇ ਵਿੱਚ ਛੱਡੇਗੀ ਤੇ ਤੁਹਾਨੂੰ ਉਸ ਤੋਂ ਬਾਅਦ ਹੋਟਲ ਦੇ ਵਿੱਚ ਕਮਰਾ ਅਲੋਟ ਹੋਏਗਾ। ਦੈਨ ਤੁਸੀਂ ਕੁਆਰੰਟਾਈਨ ਹੋਗੇ ਤੇ ਉਸ ਤੋਂ ਬਾਅਦ ਕੁਆਰੰਟਾਈਨ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਧਿਆਨ ਰੱਖਣ ਦੀ ਲੋੜ ਹੈ ਮੈਂ ਅਗਲੀ ਵੀਡੀਓ ਦੇ ਵਿੱਚ ਦੱਸੂਗਾ। ਪਰ ਇਸ ਵੀਡੀਓ ਦੇ ਵਿੱਚ ਜੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਤੁਹਾਨੂੰ ਮਤਲਬ ਕਿ ਡਾਇਰੈਕਟ ਫਲਾਈਟ, CTM ਫਾਰਮ, ਪੈਸੇਂਜਰ ਲੋਕੇਟਰ ਫਾਰਮ ਤੇ ਨੈਗੇਟਿਵ ਕੋਵਿਡ ਰਿਪੋਰਟ ਦੀ ਜ਼ਰੂਰਤ ਪਵੇਗੀ। ਤੇ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਟਿਕਟ ਕਿਸੇ ਵੀ ਜੇ ਤੁਸੀਂ ਆਪ ਬੁੱਕ ਕਰ ਰਹੇ ਹੋ ਸਪੈਸ਼ਲੀ ਤਾਂ ਮਤਲਬ ਕਿ ਮੇਕ ਮਾਈ ਟ੍ਰਿਪ ਤੋਂ ਜਾਂ ਕਿਸੇ ਵੀ ਹੋਰ ਜਿਹੜੀ yatra.com ਜਾਂ ਸਮਥਿੰਗ ਜਿੱਦਾਂ ਦੀਆਂ ਵੀ ਸਾਈਟਸ ਨੇ ਉਹਨਾਂ ਤੋਂ ਨਾ ਕਰੋ। ਫਲਾਈਟਸ ਦੀ ਡਾਇਰੈਕਟ ਵੈਬਸਾਈਟ ਤੋਂ ਕਰੋ ਤਾਂ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਡਾਇਰੈਕਟਲੀ ਤੁਹਾਨੂੰ ਫਲਾਈਟ ਤੁਹਾਡਾ ਜਿਹੜਾ ਰਿਫੰਡ ਵੀ ਕਰ ਸਕਦੀ ਹੈ ਤੇ ਤੁਹਾਡੀ ਟਿਕਟ ਨੂੰ ਅੱਗੇ ਪਿੱਛੇ ਵੀ ਕਰ ਸਕਦੀ ਹੈ। ਜੇ ਤੁਸੀਂ ਇਹਨਾਂ ਥਰੂ ਏਜੰਟਸ ਥਰੂ ਕਰਦੇ ਹੋ, ਥਰਡ ਪਾਰਟੀ ਥਰੂ ਕਰਦੇ ਹੋ ਤਾਂ ਤੁਹਾਨੂੰ ਕੋਈ ਰਿਫੰਡ ਨਹੀਂ ਮਿਲਣਾ ਤੇ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ। ਥੈਂਕ ਯੂ ਸੋ ਮਚ। ਹੈਵ ਅ ਸੇਫ ਜਰਨੀ। ਥੈਂਕ ਯੂ।